Hello everyone, I warmly welcome all of you to part second of conditional sentences. देखो part one आप already discuss कर चुके in which we have discussed what are conditional sentences types ਉਹਦੀਆਂ discuss ਕੀਤੀਆਂ ਸੀ and ਉਹਦਾ use and function ਕੀਤੇ ਸੀ. I hope ਤੁਸੀਂ ਉਹ video watch ਕਰ ਲਈ and if you haven't watched that video here is the link please ਉਹਨੂੰ watch ਕਰੋ. Series wise ਤੁਸੀਂ ਚੱਲੋ one on one ਜਿਵੇਂ ਇਹਨਾਂ ਨੂੰ watch ਕਰੋਗੇ ਦੇਖੋਗੇ ਸਮਝੋਗੇ by heart ਫਿਰ ਚੀਜ਼ਾਂ ਆਪਣੇ ਆਪ flow ਕਰਨਗੀ. Now we are going to discuss first type which is zero conditional. ਆਪਾਂ ਡਿਸਕਸ ਕੀਤਾ ਸੀ ਇਹਨਾਂ ਦੀਆਂ ਮੇਜਰ 4 ਟਾਈਪਸ ਹੁੰਦੀਆਂ ਨੇ ਬਟ 5th and 6th ਟਾਈਪ ਵੀ ਹੈ. ਅੱਜ ਆਪਾਂ ਡਿਸਕਸ ਕਰਾਂਗੇ ਫਰਸਟ ਟਾਈਪ which is of zero conditional. ਪਾਰਟ 2 ਦੇ ਵਿੱਚ zero conditional ਵਾਲੇ ਸੈਂਟੈਂਸਸ ਆਪਾਂ ਡਿਸਕਸ ਕਰਨ ਵਾਲੇ ਹਾਂ. ਨਾਓ zero conditional ਵਾਲੇ ਸੈਂਟੈਂਸਸ ਯੂਜ਼ ਕਿੱਥੇ ਹੁੰਦੇ ਨੇ, ਕਿਹੜੇ ਸੈਂਟੈਂਸਸ ਹੁੰਦੇ ਨੇ? zero conditional ਦੇ ਵਿੱਚ ਉਹ ਸਾਰੇ ਸੈਂਟੈਂਸਸ ਇਨਕਲੂਡ ਹੋਣਗੇ ਜਿਹੜਾ ਕੋਈ ਵੀ ਜਨਰਲ ਟਰੂਥ ਹੈ, ਮੀਨਸ ਕੋਈ ਸਾਇੰਟਿਫਿਕ ਫੈਕਟ ਹੈ, ਮੀਨਸ ਸੱਚਾਈ ਹੈ. ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਉਹਦਾ ਰਿਜ਼ਲਟ ਵੀ ਇਹੀ ਆਏਗਾ, ਉਹ ਸੱਚਾਈ ਹੀ ਹੈ. ਐਜ਼ ਵੀ ਹੈਵ ਡਿਸਕਸਡ अर्लियर ਅਗਰ ਆਪਾਂ ਬਰਫ਼ ਨੂੰ ਹੀਟ ਕਰਾਂਗੇ ਤਾਂ ਉਹ ਪਿਘਲ ਜਾਵੇਗੀ, ਹੈ ਨਾ? ਜਾਂ ਫਿਰ ਮੈਂ ਕਹਾਂ ਪਾਣੀ ਨੂੰ ਜੇ ਫਰੀਜ਼ ਕਰਾਂਗੇ ਉਹ ਕੀ ਹੋ ਜਾਏਗਾ, ਉਹ ਬਰਫ਼ ਬਣ ਜਾਵੇਗਾ. ਠੀਕ ਹੈ, ਸੋ ਇਹਦੇ ਵਿੱਚ ਉਹ ਸਾਰੇ ਸੈਂਟੈਂਸਸ ਇਨਕਲੂਡ ਹੋਣਗੇ ਜਿਹੜੇ ਜਨਰਲ ਟਰੂਥ ਹੁੰਦੇ ਨੇ, ਸਾਇੰਟਿਫਿਕ ਫੈਕਟ ਹੁੰਦੇ ਨੇ ਜਾਂ ਫਿਰ ਰੀਅਲ ਵਰਲਡ ਦੇ ਨਾਲ ਰਿਲੇਟਡ ਹੁੰਦੇ ਨੇ. ਫਾਈਨ. ਨਾਓ ਬੇਸਿਕ ਰੂਲ ਹੈ ਨਾ, ਇਹਦੇ ਵਿੱਚ ਸਟਰਕਚਰ ਕੀ ਹੋਏਗਾ, ਇਹ ਸੈਂਟੈਂਸਸ ਦਾ ਰੂਲ ਤੁਸੀਂ ਕਹਿ ਸਕਦੇ ਹੋ ਕੀ ਹੋਏਗਾ. ਇਸ ਦੇ ਵਿੱਚ ਇਫ ਤੋਂ ਬਾਅਦ ਸਿੰਪਲ ਪ੍ਰੈਜ਼ੈਂਟ ਆਏਗਾ, ਫਿਰ ਕੌਮਾ ਆਏਗਾ, ਫਿਰ ਐਂਡ ਦੇ ਵਿੱਚ ਵੀ ਸਿੰਪਲ ਪ੍ਰੈਜ਼ੈਂਟ ਆਏਗਾ. ਮੀਨਸ ਫਰਸਟ ਕਲੌਜ਼ ਦੀ ਅਗਰ ਗੱਲ ਕਰਦੇ ਹਾਂ ਇਫ ਕਲੌਜ਼ ਦੀ, ਉਹਦੇ ਵਿੱਚ ਵੀ ਤੁਸੀਂ ਸਿੰਪਲ ਪ੍ਰੈਜ਼ੈਂਟ ਲਿਖ ਕੇ ਆਓਗੇ. ਅਗਰ ਰਿਜ਼ਲਟ ਕਲੌਜ਼ ਦੀ ਗੱਲ ਕਰਦੇ ਹਾਂ ਆਪਾਂ, ਉਹਦੇ ਵਿੱਚ ਵੀ ਤੁਸੀਂ ਸਿੰਪਲ ਪ੍ਰੈਜ਼ੈਂਟ ਹੀ ਲਿਖ ਕੇ ਆਓਗੇ. ਜਾਂ ਫਿਰ ਅਗਰ ਉਹਨੂੰ ਉਲਟਾ ਯੂਜ਼ ਕਰਦੇ ਹੋ ਕਿ ਰਿਜ਼ਲਟ ਪਹਿਲਾਂ ਲਿਖ ਦਿਓ, ਇਫ ਵਾਲਾ ਕਲੌਜ਼ ਬਾਅਦ ਦੇ ਵਿੱਚ ਲਿਖ ਦਿਓ, ਫਿਰ ਵੀ ਸਿੰਪਲ ਪ੍ਰੈਜ਼ੈਂਟ ਹੀ ਯੂਜ਼ ਹੋਏਗਾ ਬਟ ਉਹਦੇ ਵਿੱਚ ਕੌਮਾ ਨਹੀਂ ਆਏਗਾ ਐਜ਼ ਵੀ ਹੈਵ ਡਿਸਕਸਡ ਇਨ ਦਾ ਪ੍ਰੀਵੀਅਸ ਵੀਡੀਓ. ਫਾਈਨ. ਓਕੇ. Now, main thing, very important point here to notice, ਅਗਰ ਆਪਾਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਇਹ ਸੈਂਟੈਂਸਸ ਨੂੰ ਬਣਾਉਣੇ ਆ, ਜਿਵੇਂ ਇਹ ਵਾਲਾ ਸੈਂਟੈਂਸ ਹੈ if you freeze water it turns into ice. ਜੇ ਤੁਸੀਂ ਪਾਣੀ ਨੂੰ ਫਰੀਜ਼ ਕਰੋਗੇ ਉਹ ਬਰਫ਼ ਬਣ ਜਾਵੇਗਾ ਜਾਂ ਉਹ ਬਰਫ਼ ਵਿੱਚ ਬਦਲ ਜਾਵੇਗਾ. ਹੁਣ ਦੇਖੋ ਸੈਂਟੈਂਸਸ ਦੇ ਪਿੱਛੇ ਚਾਹੇ ਗਾ ਗੇ ਗੀ ਆ ਰਿਹਾ ਹੈ ਨਾ, ਤਾਂ ਗਾ ਗੇ ਗੀ ਕਿਸ ਦੀ ਪਹਿਚਾਨ ਹੁੰਦੀ ਹੈ? ਸਿੰਪਲ ਫਿਊਚਰ ਦੀ ਪਹਿਚਾਨ ਹੁੰਦੀ ਹੈ. ਸੋ ਗਾਇਜ਼ ਇਹਦੇ ਨਾਲ ਤੁਸੀਂ ਕਨਫਿਊਜ਼ਨ ਨਹੀਂ ਕਰਨੀ, ਤੁਸੀਂ ਇਹਦੇ ਵਿੱਚ ਸਿੰਪਲ ਪ੍ਰੈਜ਼ੈਂਟ ਹੀ ਯੂਜ਼ ਕਰੋਗੇ, ਨਾਟ ਸਿੰਪਲ ਫਿਊਚਰ. ਇਹ ਸੈਂਟੈਂਸ ਕਿਸ ਤਰ੍ਹਾਂ ਬਣੇਗਾ? ਇਫ ਯੂ ਫਰੀਜ਼ ਵਾਟਰ ਇਟ ਟਰਨਸ ਇਨਟੂ ਆਈਸ. ਇਸ ਤਰ੍ਹਾਂ ਨਹੀਂ ਹੋਏਗਾ. if you freeze water it will turn into ice. ਜੇ will ਲਗਾ ਦੋਗੇ ਜ਼ੀਰੋ ਕੰਡੀਸ਼ਨਲ ਵਾਲੇ ਸੈਂਟੈਂਸਸ ਦੇ ਵਿੱਚ then it will be wrong. fine. ਤਾਂ ਫਿਊਚਰ ਸਿੰਪਲ ਦੀ ਗੱਲ ਇੱਥੇ ਨਹੀਂ ਹੋ ਰਹੀ. ਹਾਂ ਆਗੇ ਦੀ ਸੈਂਟੈਂਸਸ ਦੇ ਪਿੱਛੇ ਜ਼ਰੂਰ ਆ ਰਹੇ ਬਟ ਤੁਸੀਂ ਹਮੇਸ਼ਾ ਕੀ ਯੂਜ਼ ਕਰਨਾ ਹੈ? ਸਿੰਪਲ ਪ੍ਰੈਜ਼ੈਂਟ. ਫॉर ਇੰਸਟੈਂਸ ਲਾਸਟ ਵਾਲੀ ਵੀਡੀਓ ਦੀ ਹੀ ਐਗਜ਼ਾਮਪਲ ਡਿਸਕਸ ਕਰਦੇ ਹਾਂ. ਇਫ ਯੂ ਫਰੀਜ਼ ਵਾਟਰ ਇਟ ਟਰਨਸ ਇਨਟੂ ਆਈਸ. ਇਹ ਕੀ ਹੋ ਗਿਆ? ਪਹਿਲਾਂ ਇਫ ਕਲੌਜ਼ ਹੋ ਗਿਆ ਐਂਡ ਐਂਡ ਦੇ ਵਿੱਚ ਰਿਜ਼ਲਟ ਕਲੌਜ਼ ਹੋ ਗਿਆ, ਵਿੱਚ ਕੀ ਆ ਗਿਆ? ਕੌਮਾ. ਅਗਰ ਤੁਸੀਂ ਇਸ ਨੂੰ ਉਲਟਾ ਯੂਜ਼ ਕਰ ਰਹੇ ਹੋ, ਮੀਨਸ ਰਿਜ਼ਲਟ ਕਲੌਜ਼ ਤੁਸੀਂ ਪਹਿਲਾਂ ਯੂਜ਼ ਕਰ ਰਹੇ ਹੋ, ਵਾਟਰ ਟਰਨਸ ਇਨਟੂ ਆਈਸ ਤੁਸੀਂ ਪਹਿਲਾਂ ਰਿਜ਼ਲਟ ਦੇਤਾ, ਉਸ ਤੋਂ ਬਾਅਦ ਤੁਸੀਂ ਇਫ ਕਲੌਜ਼ ਜਾਂ ਕੰਡੀਸ਼ਨਲ ਕਲੌਜ਼ ਯੂਜ਼ ਕਰ ਰਹੇ ਹੋ, ਫਿਰ ਵਿੱਚ ਕੌਮਾ ਨਹੀਂ ਆਏਗਾ. ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ. ਸੋ ਲੈਟਸ ਹੈਵ ਅ ਲੁੱਕ ਔਨ ਮੋਰ ਐਗਜ਼ਾਮਪਲਸ ਸੋ ਦੈਟ ਤੁਹਾਨੂੰ ਇਹ ਵਾਲਾ ਟੌਪਿਕ ਜ਼ੀਰੋ ਕੰਡੀਸ਼ਨਲ ਵਾਲਾ ਬਿਲਕੁਲ ਕਲੀਅਰ ਹੋ ਜੇ ਐਂਡ ਇਸ ਤੋਂ ਬਾਅਦ ਕੋਈ ਡਾਊਟ ਵੀ ਨਾ ਰਹੇ. ਐਂਡ ਗਾਇਜ਼ ਹੇਅਰ ਆਈ ਹੈਵ ਅ ਹੰਬਲ ਰਿਕੁਐਸਟ, ਇਫ ਯੂ ਲਾਈਕ ਦ ਵੀਡੀਓ, ਤੁਹਾਨੂੰ ਯੂਜ਼ਫੁਲ ਲੱਗ ਰਹੀਆਂ ਨੇ, ਹੈਲਪਫੁਲ ਲੱਗ ਰਹੀਆਂ ਨੇ, ਹਨਾ, ਸਮਝ ਆ ਰਹੀਆਂ ਨੇ ਚੀਜ਼ਾਂ, ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਹਿਟ ਦ ਲਾਈਕ ਬਟਨ. ਸੋ ਲੈਟਸ ਹੈਵ ਅ ਲੁੱਕ. If it rains the grass gets wet. ਦੇਖੋ ਜੇ ਮੀਂਹ ਪੈਂਦਾ ਹੈ ਨਾ, ਜੇ ਬਾਰਿਸ਼ ਹੁੰਦੀ ਹੈ ਉਹਦੇ ਨਾਲ ਕੀ ਹੋਏਗਾ? ਜਿਹੜਾ ਘਾਹ ਹੈ ਉਹ ਕੀ ਹੋ ਜਾਏਗਾ? ਗਿੱਲਾ ਹੋ ਜਾਏਗਾ. the grass gets wet. ਇਹ ਤਾਂ obvious ਜੀ ਗੱਲ ਹੈ ਨਾ, ਰੀਅਲ ਗੱਲ ਹੈ, ਕੋਈ ਜਨਰਲ ਟਰੂਥ ਹੈ. ਜੇ ਮੀਂਹ ਪਏਗਾ ਜਾਂ ਪਾਣੀ ਆਏਗਾ ਤਾਂ ਜਿਹੜਾ ਘਾਹ ਉਹ ਤਾਂ ਗਿੱਲਾ ਹੋ ਹੀ ਜਾਵੇਗਾ. ਠੀਕ ਹੈ, ਸੋ ਇਹਦੇ ਵਿੱਚ ਆਪਾਂ ਇਫ ਕਲੌਜ਼ ਪਹਿਲਾਂ ਯੂਜ਼ ਕੀਤਾ, ਰਿਜ਼ਲਟ ਕਲੌਜ਼ ਬਾਅਦ ਦੇ ਵਿੱਚ ਯੂਜ਼ ਕੀਤਾ, ਔਰ ਇਹਨੂੰ ਵਾਈਸ ਵਰਸਾ ਯੂਜ਼ ਕਰ ਸਕਦੇ ਹਾਂ ਐਸ the grass gets wet if it rains. ਠੀਕ ਹੈ, rains gets ਤਾਂ ਇਹ ਆਪਾਂ ਕੀ ਯੂਜ਼ ਕਰ ਰਹੇ ਹਾਂ? ਸਿੰਪਲ ਪ੍ਰੈਜ਼ੈਂਟ ਯੂਜ਼ ਕਰ ਰਹੇ ਹਾਂ ਪਹਿਲੇ ਦੇ ਵਿੱਚ ਵੀ ਐਂਡ ਸੈਕਿੰਡ ਦੇ ਵਿੱਚ ਵੀ ਸਿੰਪਲ ਪ੍ਰੈਜ਼ੈਂਟ ਹੀ, ਦੋਨੋਂ ਕਲੌਜ਼ ਦੇ ਵਿੱਚ ਸਿੰਪਲ ਪ੍ਰੈਜ਼ੈਂਟ ਯੂਜ਼ ਕਰ ਰਹੇ ਹਾਂ. ਲਾਈਕਵਾਈਜ਼ ਇਨ ਦਿਸ. ਫਾਈਨ. ਇਹਦੇ ਵਿੱਚ ਕੌਮਾ ਨਹੀਂ ਆਏਗਾ. ਨਾਓ ਅਦਰ ਇੰਪੋਰਟੈਂਟ ਪੁਆਇੰਟ ਇਜ਼ ਇਫ ਦੀ ਜਗ੍ਹਾ ਜਿਵੇਂ ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ, ਤੁਸੀਂ ਵੈਨ ਵੀ ਯੂਜ਼ ਕਰ ਸਕਦੇ ਹੋ. ਇਫ ਯੂਜ਼ ਕਰੋ ਚਾਹੇ ਵੈਨ ਯੂਜ਼ ਕਰੋ, ਰਿਜ਼ਲਟ ਸੇਮ ਆਏਗਾ, ਮੀਨਿੰਗ ਸੇਮ ਰਹੇਗਾ. ਸੈਕਿੰਡ ਇਜ਼ ਇਫ ਯੂ ਮਿਕਸ ਰੈਡ ਐਂਡ ਬਲੂ. ਜੇ ਤੁਸੀਂ ਰੈਡ ਤੇ ਬਲੂ ਨੂੰ ਮਿਕਸ ਕਰਦੇ ਹੋ ਯੂ ਗੈਟ ਪਰਪਲ, ਤਾਂ ਤੁਹਾਨੂੰ ਪਰਪਲ ਮਿਲ ਜਾਵੇਗਾ, ਹੈ ਨਾ. ਰੈਡ ਤੇ ਬਲੂ ਨੂੰ ਉਦੋਂ ਜਦੋਂ ਮਿਕਸ ਕਰਦੇ ਹਾਂ ਆਪਾਂ ਤਾਂ ਪਰਪਲ ਕਲਰ ਮਿਲ ਜਾਂਦਾ ਹੁੰਦਾ ਆਪਾਂ ਨੂੰ. ਸੋ ਇਟਸ ਅ ਰੀਅਲ ਫੈਕਟ. ਔਰ you get purple if you mix red and blue. Last is
ਇਫ ਯੂ ਡੋਂਟ ਬ੍ਰਸ਼ ਯੂਅਰ ਟੀਥ, ਜੇ ਤੁਸੀਂ ਆਪਣੇ ਟੀਥ ਨੂੰ ਬ੍ਰਸ਼ ਨਹੀਂ ਕਰੋਗੇ ਤਾਂ ਕੀ ਹੋ ਜਾਵੇਗਾ, ਯੂ ਗੈਟ ਕੈਵਿਟੀਜ਼, ਤਾਂ ਤੁਹਾਨੂੰ ਕੈਵਿਟੀਜ਼ ਦੀ ਪ੍ਰੋਬਲਮ ਹੋ ਜਾਵੇਗੀ, ਔਰ ਯੂ ਗੈਟ ਕੈਵਿਟੀਜ਼ ਇਫ ਯੂ ਡੋਂਟ ਬ੍ਰਸ਼ ਯੂਅਰ ਟੀਥ, ਫਿਰ ਕੌਮਾ ਨਹੀਂ ਆਏਗਾ। ਸੋ ਗਾਈਜ਼ ਆਈ ਹੋਪ ਇਹ ਸੈਂਟੈਂਸਿਸ ਤੁਹਾਨੂੰ ਕਲੀਅਰ ਹੋ ਗਏ ਕਿ ਜ਼ੀਰੋ ਕੰਡੀਸ਼ਨਲ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰਦੇ ਹਾਂ। ਲਾਈਕ ਫਸਟ ਕਲੌਜ਼ ਦੇ ਵਿੱਚ ਵੀ ਸਿੰਪਲ ਪ੍ਰੈਜ਼ੈਂਟ ਯੂਜ਼ ਕਰਾਂਗੇ, ਸੈਕਿੰਡ ਦੇ ਵਿੱਚ ਵੀ ਸਿੰਪਲ ਪ੍ਰੈਜ਼ੈਂਟ ਯੂਜ਼ ਕਰਾਂਗੇ। ਸੈਂਟੈਂਸਿਸ ਨੂੰ ਕਨਫਿਊਜ਼ ਨਹੀਂ ਕਰਾਂਗੇ ਕਿਹਦੇ ਨਾਲ, ਸਿੰਪਲ ਫਿਊਚਰ ਦੇ ਨਾਲ, ਬਿਕਾਜ਼ ਐਂਡ ਦੇ ਵਿੱਚ ਆਵਾਜ਼ ਆਉਂਦੀ ਹੈ ਗਾ ਗੇ ਗੀ ਦੀ, ਐਂਡ ਇਫ ਦੀ ਜਗ੍ਹਾ ਤੁਸੀਂ ਵੈਨ ਵੀ ਯੂਜ਼ ਕਰ ਸਕਦੇ ਹੋ, ਸੈਂਟੈਂਸ ਦਾ ਮੀਨਿੰਗ ਸੇਮ ਹੀ ਰਹੇਗਾ। ਸੋ ਗਾਈਜ਼, zero conditional sentences is also often used to give instructions ਕਿਹਦੇ ਵਿੱਚ, in imperative sentences in the main clause। so main clause ਦੇ ਵਿੱਚ imperative sentence include ਹੋ ਜਾਂਦਾ ਹੈ। imperative sentence ਉਹ ਹੁੰਦੇ ਨੇ ਜਦੋਂ ਕਿਸੇ ਨੂੰ instruction ਦਿੱਤੀ ਜਾਂਦੀ ਹੈ, command ਕੀਤੀ ਜਾਂਦੀ ਹੈ ਔਰ request ਕੀਤੀ ਜਾਂਦੀ ਹੈ, ਹੈ ਨਾ। ਤਾਂ imperative sentences, imperative ਚੀਜ਼ਾਂ ਕਿੱਥੇ use ਹੋਣਗੀਆਂ, ਉਹ main clause ਦੇ ਵਿੱਚ use ਹੋਣਗੀਆਂ। main clause ਕਿਹੜਾ ਹੁੰਦਾ ਹੈ, result clause ਹੁੰਦਾ ਹੈ। ਸੋ ਇਹ ਗੱਲ ਦਾ ਧਿਆਨ ਰੱਖਣਾ, main clause ਕਿਹੜਾ ਹੋ ਗਿਆ ਤੁਹਾਡਾ, result clause ਹੋ ਗਿਆ। for example, if you want to come, ਹੈ ਨਾ, ਜੇ ਤੁਸੀਂ ਆਉਣਾ ਚਾਹੁੰਦੇ ਹੋ, call me before 6, ਮਤਲਬ ਮੈਂ ਇੱਥੇ ਕਿਸੇ ਨੂੰ instruction ਦੇਤੀ, ਕਿਸੇ ਨੂੰ instruct ਕਰਤਾ। ਸੋ result clause ਕਿਹੜਾ, ਇਹ if clause ਹੈ, ਇਹ result clause ਹੈ। ਸੋ result clause ਕਿਹੜਾ ਹੋਏਗਾ ਸਾਡਾ, main clause ਹੋਏਗਾ। fine। second example is if we get separated, ਜੇ ਅਸੀਂ ਅਲੱਗ-ਅਲੱਗ ਹੋ ਗਏ, ਸਪੋਜ਼ ਤੁਸੀਂ ਕਿਤੇ ਗਏ, ਕਿਸੇ ਫੇਅਰ ਤੇ ਗਏ ਜਾਂ ਕਿਸੇ ਕਰਾਊਡ ਵਾਲੀ ਜਗ੍ਹਾ ਤੇ ਗਏ, ਤੁਸੀਂ ਆਪਣੇ ਨਾਲ ਦੇ ਪਰਸਨ ਨੂੰ, ਕੰਪਨੀ ਪਰਸਨ ਨੂੰ ਕਹਿ ਰਹੇ ਹੋ, if we get separated, ਜੇ ਅਸੀਂ ਅਲੱਗ-ਅਲੱਗ ਹੋ ਗਏ, meet me here, ਤਾਂ ਮੈਨੂੰ ਇੱਥੇ ਹੀ ਆ ਕੇ ਮਿਲੇ, ਹੈ ਨਾ। ਤਾਂ ਇੱਥੇ ਵੀ ਕਹਿ ਰਹੇ ਹੋ ਤੁਸੀਂ ਉਹਨੂੰ ਕੀ ਕਰ ਰਹੇ ਹੋ, instruct ਕਰ ਰਹੇ ਹੋ, sort of command ਦੇ ਲਈ, instructions ਦੇ ਲਈ ਔਰ request ਦੇ ਲਈ main clause ਦੇ ਵਿੱਚ imperative sentences ਨੂੰ ਅਸੀਂ include ਕਰ ਦਿੰਦੇ ਹੁੰਦੇ ਹਾਂ। fine। so I hope guys it is clear ਤੁਹਾਨੂੰ zero conditional sentences ਨੂੰ exact use ਕਿਵੇਂ ਕਰਨਾ ਹੈ, what is the structure, or I must say what is the rules and regulations, ਉਹ ਸਾਰੇ clear ਹੋ ਗਏ। if you have any doubts do write me in the comment section। thank you so much and yes, stay tuned for the upcoming videos, ਸਾਰੇ parts ਤੁਸੀਂ watch ਕਰਨੇ ਨੇ। bye bye, take care।